ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9th ਕਲਾਸ ਦੀ ਬੁੱਕ ਇੰਗਲਿਸ਼ ਲਿਟਰੇਚਰ ਬੁੱਕ ਸਪਲੀਮੈਂਟਰੀ ਰੀਡਰ ਫॉर ਕਲਾਸ 9th ਤੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਉਹਦਾ ਫਰਸਟ ਚੈਪਟਰ ਜਿਹਦਾ ਨਾਮ ਹੈ ਦ ਮੈਜਿਕ ਵਾਇਲਿਨ ਯਾਨੀ ਜਾਦੂਈ ਵਾਇਲਿਨ। ਇਹ ਚੈਪਟਰ ਲਿਖਿਆ ਹੈ ਡਾਕਟਰ ਆਨੰਦ ਮਲਿਕ ਨੇ ਤੇ ਸ਼ੁਰੂ ਕਰਦੇ ਹਾਂ ਇਹਦੇ ਵਿੱਚ ਕੀ ਕਿਹਾ ਗਿਆ ਹੈ। An orphan lived in Sicily, Italy. ਇੱਕ ਇਟਲੀ ਦਾ ਸ਼ਹਿਰ ਹੈ ਜਿਹਦਾ ਨਾਂ ਹੈਗਾ ਸਿਸਲੀ ਤੇ ਇੱਥੇ ਇੱਕ ਔਰਫਨ ਰਹਿੰਦਾ ਸੀ। ਔਰਫਨ ਦਾ ਮਤਲਬ ਹੁੰਦਾ ਹੈ ਅਨਾਥ ਬੱਚਾ ਜਿਹਦੇ ਮਾਪਿਓ ਨਾ ਹੋਣ। He went around looking for work ਤੇ ਉਹ ਕੰਮ ਦੀ ਤਲਾਸ਼ ਵਿੱਚ ਇੱਧਰ ਉੱਧਰ ਘੁੰਮ ਰਿਹਾ ਸੀ ਜਾਂ ਘੁੰਮਦਾ ਸੀ। He met a farmer who gave him the job of taking his goats to graze on the hills. ਤੇ ਉਹ ਘੁੰਮਦੇ ਘੁੰਮਦੇ ਉਹ ਇੱਕ ਕਿਸਾਨ ਨੂੰ ਮਿਲਿਆ ਜਿਸਨੇ ਉਸਨੂੰ ਆਪਣੀਆਂ ਬੱਕਰੀਆਂ ਨੂੰ ਪਹਾੜੀ ਤੇ ਚਰਾਉਣ ਦਾ ਕੰਮ ਦਿੱਤਾ। ਗ੍ਰੇਜ਼ ਦਾ ਮਤਲਬ ਚਰਾਉਣਾ। Did the boy get paid for the work he did? ਕੀ ਉਸ ਮੁੰਡੇ ਨੂੰ ਉਸਦੇ ਕੀਤੇ ਕੰਮ ਦੀ ਜਿਹੜੀ ਭਰਪਾਈ ਹੈ ਪੈਸੇ ਦੇ ਤੌਰ ਤੇ ਮਿਲੀ ਜਾਂ ਨਹੀਂ ਮਿਲੀ? ਉਹਨੂੰ ਆਮਦਨੀ ਹੋਈ ਕਿ ਨਹੀਂ ਹੋਈ? What happened when he wanted to leave the job? ਕੀ ਹੋਇਆ ਜਦੋਂ ਉਹ ਆਪਣੀ ਜੌਬ ਨੂੰ ਆਪਣੇ ਕੰਮ ਨੂੰ ਛੱਡਣਾ ਚਾਹੁੰਦਾ ਸੀ? ਤਾਂ ਬਹੁਤ ਇੰਟਰਸਟਿੰਗ ਚੈਪਟਰ ਹੈ, ਸ਼ੁਰੂ ਕਰਦੇ ਹਾਂ। In Sicily, there once lived a boy who was always happy although he was very poor. ਸਿਸਲੀ ਵਿੱਚ ਇੱਕ ਵਾਰ ਇੱਕ ਮੁੰਡਾ ਰਹਿੰਦਾ ਸੀ। ਉਹਦੀ ਕਹਾਣੀ ਹੈ ਜੋ ਬਹੁਤ ਗਰੀਬ ਹੋਣ ਦੇ ਬਾਵਜੂਦ ਵੀ ਬਹੁਤ ਖੁਸ਼ ਸੀ। His parents died when he was young, so he set out by himself to seek his fortune. ਉਹ ਜਦ ਬਹੁਤ ਹੀ ਛੋਟਾ ਸੀ ਤੇ ਉਸਦੇ ਪੈਰੈਂਟਸ ਜਿਹੜੇ ਸੀ ਮਾਤਾ ਪਿਤਾ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਇਸੇ ਲਈ ਉਹ ਆਪਣੀ ਕਿਸਮਤ ਅਜ਼ਮਾਉਣ ਲਈ ਪੈਸੇ ਕਮਾਉਣ ਲਈ ਆਪਣੇ ਰਸਤੇ ਤੁਰ ਪਿਆ ਆਪਣੇ ਆਪ ਹੀ। He laughed merrily at everything and all through his troubles he was cheerful and happy. ਉਹ ਹਰ ਚੀਜ਼ ਤੇ ਖੁਸ਼ੀ ਨਾਲ ਹੱਸਦਾ ਸੀ। ਮੈਰੀਲੀ ਮਤਲਬ ਖੁਸ਼ੀ ਨਾਲ ਹੱਸਦਾ ਸੀ ਹਰ ਚੀਜ਼ ਨੂੰ ਤੇ ਸਾਰੀਆਂ ਮੁਸੀਬਤਾਂ ਦੇ ਦੌਰਾਨ ਵੀ ਉਹ ਹਸਮੁਖ ਤੇ ਖੁਸ਼ ਰਹਿੰਦਾ ਸੀ। He went about the country looking for work. ਤੇ ਉਹ ਆਪਣੇ ਕੰਮ ਦੀ ਤਲਾਸ਼ ਵਿੱਚ ਪੂਰੀ ਕੰਟਰੀ ਇੱਧਰ ਉੱਧਰ ਘੁੰਮ ਰਿਹਾ ਸੀ ਦੇਸ਼ ਦੇ ਵਿੱਚ। And at last one day he came to a farmhouse. ਤੇ ਘੁੰਮਦੇ ਘੁੰਮਦੇ ਇੱਕ ਦਿਨ ਉਹ ਇੱਕ ਫਾਰਮ ਹਾਊਸ ਵਿੱਚ ਆ ਗਿਆ ਨਾ। ਹੁਣ ਇਹ ਫਾਰਮ ਹਾਊਸ ਕੀ ਹੁੰਦਾ? ਫਾਰਮ ਹਾਊਸ ਉਹ ਥਾਂ ਹੁੰਦੀ ਹੈ ਜਿੱਥੇ ਇੱਕ ਜਿਹੜਾ ਕਿਸਾਨ ਹੈਗਾ ਉਹਨੇ ਆਪਣਾ ਘਰ ਬਣਾਇਆ ਹੁੰਦਾ ਖੇਤਾਂ ਵਿੱਚ ਹੀ ਤੇ ਬੱਕਰੀਆਂ ਗਾਵਾਂ ਇਹ ਸਭ ਰੱਖੀਆਂ ਹੁੰਦੀਆਂ ਨੇ। He knocked at the door and the farmer came out. ਉਹਨੇ ਦਰਵਾਜ਼ੇ ਤੇ ਖਟਖਟਾਇਆ ਤੇ ਉੱਥੋਂ ਦਰਵਾਜ਼ੇ ਵਿੱਚੋਂ ਜਾਂ ਘਰੋਂ ਇੱਕ ਕਿਸਾਨ ਬਾਹਰ ਆਇਆ। What do you want? The farmer asked angrily. ਤੁਸੀਂ ਕੀ ਚਾਹੁੰਦੇ ਹੋ? ਕੀ ਚਾਹੀਦਾ ਹੈ ਤੈਨੂੰ? ਗੁੱਸੇ ਨਾਲ ਉਸ ਕਿਸਾਨ ਨੇ ਪੁੱਛਿਆ। He was a mean person and a miser. ਉਹ ਜਿਹੜਾ ਕਿਸਾਨ ਸੀ ਉਹ ਬਹੁਤ ਜ਼ਿਆਦਾ ਸਵਾਰਥੀ ਇਨਸਾਨ ਸੀ ਤੇ ਬਹੁਤ ਜ਼ਿਆਦਾ ਮਾਈਜ਼ਰ ਦਾ ਮਤਲਬ ਕੰਜੂਸ ਜਿਹਾ ਸੀ। ਐਂਡ ਥਾਟ ਦੈਟ ਦ ਬॉय ਮਸਟ ਬੀ ਅ ਬੈਗਰ। ਤੇ ਉਸਨੇ ਸੋਚਿਆ ਵੀ ਇਹ ਜਿਹੜਾ ਮੁੰਡਾ ਹੈਗਾ ਇਹ ਭਿਖਾਰੀ ਹੋਣਾ, ਕੁਝ ਮੰਗਣ ਆਇਆ ਹੋਣਾ। I want work, said the boy smiling. ਮੈਨੂੰ ਕੰਮ ਚਾਹੀਦਾ, ਉਸ ਮੁੰਡੇ ਨੇ ਮੁਸਕਰਾਉਂਦੇ ਹੋਏ ਕਿਹਾ। And any kind of work, ਤੇ ਕੋਈ ਵੀ ਕੰਮ ਚੱਲੂਗਾ। I see, said the miser less angrily. ਅੱਛਾ, ਇਹ ਕਿਹਾ ਉਸ ਖੜੂਸ ਉਸ ਕੰਜੂਸ ਜੇ ਕਿਸਾਨ ਨੇ ਥੋੜਾ ਘੱਟ ਗੁੱਸਾ ਹੁੰਦੇ ਹੋਏ। And he saw a way of getting something for nothing. ਤੇ ਉਸਨੂੰ ਲੱਗਿਆ ਵੀ ਮੈਂ ਕੁਝ ਦਏ ਬਿਨਾਂ ਇਸ ਤੋਂ ਫਾਇਦਾ ਚੱਕ ਸਕਦਾ ਜਾਂ ਇਸ ਤੋਂ ਕੰਮ ਕਰਵਾ ਸਕਦਾ ਤੇ ਬਾਅਦ ਚ ਇਹਨੂੰ ਭੇਜ ਸਕਦਾ ਵਾਪਸ। Well, you can come and look after my goats. ਤੇ ਉਸ ਕਿਸਾਨ ਨੇ ਕਿਹਾ ਵੀ ਅੱਛਾ ਠੀਕ ਹੈ, ਤੁਸੀਂ ਆ ਕੇ ਮੇਰੀਆਂ ਬੱਕਰੀਆਂ ਦੀ ਦੇਖਭਾਲ ਕਰ ਸਕਦੇ ਹੋ। So the boy went to live in the farmhouse. ਤੇ ਇਸ ਲਈ ਉਹ ਲੜਕਾ ਜਿਹੜਾ ਹੈਗਾ ਉਹ ਫਾਰਮ ਹਾਊਸ ਵਿੱਚ ਰਹਿਣ ਲੱਗ ਪਿਆ। And every day he took the goats to the hills to graze.
ਤੇ ਉਹ ਹਰ ਰੋਜ਼ ਬੱਕਰੀਆਂ ਨੂੰ ਪਹਾੜੀਆਂ ਤੇ ਚਰਾਉਣ ਲਈ ਲੈ ਜਾਂਦਾ ਸੀ। At the end of 3 years, the boy wanted a change of work because he felt lonely in the hills. ਤੇ 3 ਸਾਲਾਂ ਤੋਂ ਬਾਅਦ ਉਹ ਜਿਹੜਾ ਮੁੰਡਾ ਸੀ ਉਹ ਆਪਣਾ ਕੰਮ ਬਦਲਣਾ ਚਾਹੁੰਦਾ ਸੀ। ਕਿਉਂ ਬਦਲਣਾ ਚਾਹੁੰਦਾ ਸੀ? ਕਿਉਂਕਿ ਉਹ ਇਕੱਲਾ ਮਹਿਸੂਸ ਕਰਦਾ ਸੀ ਉਹ ਪਹਾੜੀਆਂ ਦੇ ਵਿੱਚ। When he came home at night, he never saw anyone to talk to but the old farmer. ਤੇ ਜਦ ਉਹ ਮਿਹਨਤ ਕਰਕੇ ਰਾਤ ਨੂੰ ਘਰ ਵਾਪਸ ਆਂਦਾ ਸੀ ਤਾਂ ਉਹਦੇ ਕੋਲ ਗੱਲ ਕਰਨ ਨੂੰ ਕੋਈ ਨਹੀਂ ਸੀ। ਬਸ ਉਹ ਬਜ਼ੁਰਗ ਜਿਹਾ ਕਿਸਾਨ ਸੀ ਜੋ ਕਦੇ ਉਹਦੇ ਨਾਲ ਗੱਲ ਕਰਦਾ ਹੀ ਨਹੀਂ ਸੀ। One evening, he told his master that he wanted to leave him. ਤੇ ਇੱਕ ਸ਼ਾਮ ਦੀ ਗੱਲ ਹੈ, ਉਸਨੇ ਆਪਣੇ ਮਾਲਕ ਨੂੰ, ਕਿਸਾਨ ਨੂੰ ਕਿਹਾ ਵੀ ਉਹ ਹੁਣੇ ਕੰਮ ਛੱਡਣਾ ਚਾਹੁੰਦਾ ਹੈ। He asked for his wages that he had earned during the 3 years on the farm. ਤੇ ਉਸਨੇ ਆਪਣੀ ਜਿਹੜੀ ਦਿਹਾੜੀ ਸੀ ਉਹ ਮੰਗੀ, ਜੋ ਉਹਦਾ ਫਰਜ਼ ਸੀ ਲੈਣਾ, ਤੇ ਉਹਨੇ ਉਹ ਦਿਹਾੜੀ ਮੰਨੋਗੇ ਨਹੀਂ ਤੁਸੀਂ 3 ਸਾਲਾਂ ਬਾਅਦ ਮੰਗੀ ਵੀ ਮੈਂ ਜੋ ਵੀ ਕੰਮ ਕੀਤਾ ਹੈ ਉਹਦੇ ਮੈਨੂੰ ਪੈਸੇ ਦੇ ਦਿਓ। Wages? ਮਜ਼ਦੂਰੀ? cried the farmer angrily. ਕਿਸਾਨ ਨੇ ਗੁੱਸੇ ਨਾਲ ਕਿਹਾ, ਪੈਸੇ? Wages? I never said anything about the wages when I gave you work. ਤੇ ਉਹ ਕਹਿੰਦਾ, ਮਜ਼ਦੂਰੀ? ਜਦੋਂ ਮੈਂ ਤੁਹਾਨੂੰ ਇਹ ਕੰਮ ਦਿੱਤਾ ਸੀ ਮੈਂ ਪੈਸੇ ਜਾਂ ਮਜ਼ਦੂਰੀ ਬਾਰੇ ਕਦੋਂ ਕੁਝ ਕਿਹਾ ਤੁਹਾਨੂੰ? That is so, answered the boy. ਤੇ ਅਜਿਹੀ ਗੱਲ ਹੈ, ਮੁੰਡੇ ਨੇ ਕਿਹਾ। But no one ever works for nothing. ਪਰ ਕੋਈ ਵੀ ਕਦੇ ਵੀ ਪੈਸੇ ਤੋਂ ਬਿਨਾਂ ਥੋੜੀ ਕੰਮ ਕਰਦਾ ਹੈ, ਉਹਨੇ ਕਿਹਾ। I did not settle the wages then because I thought you are a just man. ਤੇ ਉਹ ਕਹਿੰਦਾ ਵੀ ਮੈਂ ਉਦੋਂ ਤੁਹਾਡੇ ਨਾਲ ਆਪਣੀ ਮਜ਼ਦੂਰੀ ਪੈਸੇ ਦੇ ਬਾਰੇ ਗੱਲਬਾਤ ਨਹੀਂ ਕੀਤੀ ਕਿਉਂਕਿ ਮੈਂ ਸੋਚਿਆ ਵੀ ਤੁਸੀਂ ਇੱਕ ਵਧੀਆ ਇਨਸਾਨ ਹੈਗੇ ਹੋ, ਮਤਲਬ ਤੁਸੀਂ ਅਜਿਹੀ ਗੱਲ ਨਹੀਂ ਕਰੋਗੇ। ਮੈਨੂੰ ਬਿਲਕੁਲ ਨਹੀਂ ਲੱਗਿਆ ਸੀ ਵੀ ਤੁਸੀਂ ਇਹ ਗੱਲ ਕਹੋਗੇ। ਵੈਸੇ ਜਸਟ ਮੈਨ ਦਾ ਮਤਲਬ ਹੁੰਦਾ ਹੈ ਜੋ ਬਿਲਕੁਲ ਨਿਸਵਾਰਥ ਹੋ ਕੇ ਜਾਂ ਸਹੀ ਡਿਸੀਜਨ ਲਏ, ਮਤਲਬ ਆਪਣੇ ਡਿਸੀਜਨ ਦੇ ਵਿੱਚ ਗਲਤ ਨਾ ਹੋਏ। ਐਂਡ ਆਈ ਐਮ ਅ ਜਸਟ ਮੈਨ। ਤੇ ਉਹ ਕਹਿੰਦਾ ਵੀ ਹਾਂ ਮੈਂ ਇੱਕ ਜਸਟ ਆਦਮੀ ਹੈਗਾ, ਮੈਂ ਕੋਈ ਵੀ ਗਲਤ ਡਿਸੀਜਨ ਨਹੀਂ ਲੈਂਦਾ। ਰੋਡ ਦ ਫਾਰਮਰ, ਰੋਡ ਦਾ ਮਤਲਬ ਉਹਨੇ ਗਰਜਾਂਦੇ ਹੋਏ ਕਿਹਾ, ਵੀ ਗਰਜਦੇ ਹੋਏ, ਜਿਵੇਂ ਆਪਾਂ ਕਹਿੰਦੇ ਆ ਨਾ, ਮੈਂ ਤਾਂ ਇੱਦਾਂ ਦਾ ਹੈਗਾ, ਬਿਲਕੁਲ ਹਾਂ ਮੈਂ। No one has ever told me that I was not that before. ਤੇ ਮੈਨੂੰ ਕਿਸੇ ਨੇ ਨਹੀਂ ਦੱਸਿਆ ਸੀ ਵੀ ਮੈਂ ਅਜਿਹਾ ਨਹੀਂ ਹੈਗਾ, ਵੀ ਮੈਂ ਜਸਟ ਨਹੀਂ ਹੈਗਾ, ਵੀ ਮੈਂ ਸਹੀ ਨਹੀਂ ਹੈਗਾ, ਵੀ ਮੈਂ ਗਲਤ ਇਨਸਾਨ ਹੈਗਾ। You shall see, ਤੂੰ ਦੇਖੇਗਾ ਇਹ ਗੱਲ ਨੂੰ। I will pay your wages even though I do not owe you any. ਉਹ ਕਹਿੰਦਾ ਵੀ ਮੈਂ ਇਸ ਗੱਲ ਨੂੰ ਸਾਬਤ ਕਰਾਂਗਾ ਵੀ ਮੈਂ ਇੱਕ ਜਸਟ ਮੈਨ ਹੈਗਾ, ਮੈਂ ਤੇਰੀ ਮਜ਼ਦੂਰੀ, ਤੇਰੇ ਪੈਸੇ ਦਵਾਂਗਾ। ਹਾਲਾਂਕਿ ਮੈਂ ਕੋਈ ਇਹ ਜੀ ਪ੍ਰੋਮਿਸ ਨਹੀਂ ਕੀਤਾ ਸੀ ਵੀ ਤੈਨੂੰ ਮੈਂ ਪੈਸੇ ਦੇਵਾਂਗਾ ਜਦ ਮੈਂ ਕੰਮ ਤੇ ਰੱਖਿਆ ਸੀ, ਪਰ ਫਿਰ ਵੀ ਦਾਂਗਾ ਕਿਉਂਕਿ ਮੈਂ ਜਸਟ ਮੈਨ ਹੈਗਾ। Then he gave the boy 3 copper coins for 3 years work. ਤੇ ਫਿਰ ਉਸਨੇ ਮੁੰਡੇ ਨੂੰ 3 ਸਾਲ ਦੇ ਕੰਮ ਲਈ 3 ਤਾਂਬੇ ਦੇ ਸਿੱਕੇ ਦਿੱਤੇ। The boy looked at them and laughed. ਤੇ ਉਸ ਮੁੰਡੇ ਨੇ ਉਹ ਸਿੱਕਿਆਂ ਵੱਲ ਦੇਖਿਆ, ਘੱਟ ਸੀਗੇ ਤੇ ਉਹਨੇ ਹੱਸ ਦਿੱਤਾ। He put the coins in his pocket and took his shabby hat and went off whistling. ਤੇ ਉਹਨੇ ਉਹ ਸਿੱਕੇ ਜਿਹੜੇ ਹੈਗੇ ਨੇ ਉਹ ਜੇਬ ਵਿੱਚ ਪਾਏ ਤੇ ਆਪਣੀ ਸ਼ੈਬੀ ਦਾ ਮਤਲਬ ਜਿਹੜੀ ਜ਼ਿਆਦਾ ਸਾਫ਼ ਨਾ ਹੋ, ਗੰਦੀ ਜਿਹੀ ਜਿਹੜੀ ਟੋਪੀ ਸੀ ਉਹ ਪਾਈ ਆਪਣੇ ਲਈ ਆਪਣੇ ਨਾਲ ਤੇ ਫਿਰ ਸੀਟੀ ਮਾਰਦਾ ਚਲਾ ਗਿਆ। That night he slept under a haystack. ਤੇ ਉਸ ਰਾਤ ਉਹ ਘਾਹ ਦੇ ਇੱਕ ਢੇਰ ਹੇਠਾਂ ਸੋਇਆ। ਹੇਸਟੈਕ ਦਾ ਮਤਲਬ ਘਾਹ ਦਾ ਜਿਹੜਾ ਢੇਰ ਹੁੰਦਾ ਹੈ, ਆਪਾਂ ਖੇਤਾਂ ਵਿੱਚ ਦੇਖਿਆ, ਇਕੱਠਾ ਕਰਕੇ ਰੱਖ ਦਿੰਦੇ ਨੇ। ਐਂਡ ਇਨ ਦ ਮੋਰਨਿੰਗ ਵੈਨ ਹੀ ਵੋਕ ਅਪ, ਤੇ ਜਦੋਂ ਉਹ ਸਵੇਰੇ ਉੱਠਿਆ, ਹੀ ਸੌ ਐਨ ਓਲਡ ਬੈਗਰ ਇਨ ਫਰੰਟ ਆਫ ਹਿਮ। ਤੇ ਉਹਨੇ ਆਪਣੇ ਸਾਹਮਣੇ ਇੱਕ ਬੁੱਢੇ ਜਿਹੇ ਭਿਖਾਰੀ ਨੂੰ ਦੇਖਿਆ। ਦ ਬॉय ਸਮਾਈਲਡ ਐਂਡ ਸੈਡ। ਤੇ ਉਸ ਭਿਖਾਰੀ ਨੂੰ ਦੇਖ ਕੇ ਉਹ ਮੁੰਡਾ ਮੁਸਕਰਾਉਂਦਾ ਹੋਇਆ ਕਹਿੰਦਾ, Good morning, my friend. You are out of bed early. ਭਿਖਾਰੀ ਨੂੰ ਦੇਖ ਕੇ ਉਹ ਮੁੰਡਾ ਕਹਿੰਦਾ ਹੈ ਵੀ ਗੁੱਡ ਮਾਰਨਿੰਗ ਮੇਰੇ ਦੋਸਤ, ਤੁਸੀਂ ਜਲਦੀ ਸੋ ਕੇ ਉੱਠ ਗਏ। I am, replied the beggar. ਜੀ ਹਾਂ, ਭਿਖਾਰੀ ਨੇ ਜਵਾਬ ਦਿੱਤਾ।
I was so hungry that I could not have slept even if I had a bed of feathers to lie on. ਤੇ ਉਹ ਭਿਖਾਰੀ ਕਹਿੰਦਾ ਹੈ ਵੀ ਮੈਨੂੰ ਇੰਨੀ ਭੁੱਖ ਲੱਗੀ ਹੋਈ ਸੀ ਕਿ ਜੇਕਰ ਮੇਰੇ ਕੋਲ ਲੇਟਣ ਦੇ ਲਈ ਖੰਭਾਂ ਦਾ ਵੀ ਬਿਸਤਰਾ ਹੁੰਦਾ, ਯਾਨੀ ਬਹੁਤ ਮੁਲਾਇਮ ਬਿਸਤਰਾ ਵੀ ਹੁੰਦਾ, ਮੈਂ ਫੇਰ ਵੀ ਨਹੀਂ ਸੋ ਪਾਉਂਦਾ ਕਿਉਂਕਿ ਮੈਨੂੰ ਬਹੁਤ ਭੁੱਖ ਲੱਗੀ ਸੀ। ਕੈਨ ਯੂ ਸਪੇਅਰ ਮੀ ਅ ਕਾਪਰ ਕੋਇਨ ਔਰ ਟੂ? ਕਿ ਤੁਸੀਂ ਮੈਨੂੰ ਤਾਂਬੇ ਦਾ 1 ਜਾਂ 2 ਸਿੱਕੇ ਦੇ ਸਕਦੇ ਹੋ? ਮਤਲਬ ਤੁਸੀਂ ਸੋਚ ਸਕਦੇ ਹੋ ਵੀ ਭਿਖਾਰੀ ਨੇ 1 ਜਾਂ 2 ਸਿੱਕੇ ਹੀ ਮੰਗੇ ਤਾਂਬੇ ਦੇ, ਜਦ ਕਿ 3 ਸਾਲ ਦੇ ਜਿਹੜੇ ਸਿੱਕੇ ਉਹਨੂੰ ਮਿਲੇ ਸੀ ਮੁੰਡੇ ਨੂੰ ਕੰਮ ਕਰਕੇ, ਉਹ ਸੀਗੇ ਹੀ 3। ਆਈ ਐਮ ਸੋ ਹੰਗਰੀ, ਉਹ ਕਹਿੰਦਾ ਮੈਂ ਬਹੁਤ ਭੁੱਖਾ ਹੈਗਾ, ਵੀ ਇੱਕ ਅੱਧਾ ਜਿਵੇਂ ਤੁਸੀਂ ਮੈਨੂੰ ਸਿੱਕਾ ਦੇ ਸਕਦੇ ਹੋ ਕਿ ਨਹੀਂ? The boy put his hand into his pocket and took out the 3 copper coins that were his wages for 3 years. ਤੇ ਜਿਵੇਂ ਭਿਖਾਰੀ ਨੇ ਗੱਲ ਕਹੀ, ਉਸ ਮੁੰਡੇ ਨੇ ਆਪਣੀ ਜੇਬ ਦੇ ਵਿੱਚ ਹੱਥ ਪਾਇਆ ਤੇ ਉਹ ਜਿਹੜੇ 3 ਤਾਂਬੇ ਦੇ ਸਿੱਕੇ ਸੀ, ਜਿਹੜੀ ਕਿ ਉਹਦੀ ਮਿਹਨਤ ਸੀ 3 ਸਾਲ ਦੀ, ਉਹਨੇ ਉਹ ਬਾਹਰ ਕੱਢ ਲਏ। ਟੇਕ ਥੀਸ, ਹੀ ਸੈਡ ਚੀਅਰਫੁਲੀ। ਤੇ ਉਹ ਕਹਿੰਦਾ ਵੀ ਤੁਸੀਂ ਇਹ ਲੈ ਲਓ। ਉਹਨੇ ਖੁਸ਼ੀ-ਖੁਸ਼ੀ ਇਹ ਗੱਲ ਭਿਖਾਰੀ ਨੂੰ ਕਹੀ। ਇਟ ਟੁੱਕ ਮੀ ਅ ਲੌਂਗ ਟਾਈਮ ਟੂ ਅਰਨ ਦੈਮ। ਉਹ ਕਹਿੰਦਾ ਵੀ ਇਹਨੂੰ ਕਮਾਉਣ ਲਈ ਮੈਨੂੰ ਇੱਕ ਲੰਬਾ ਸਮਾਂ ਲੱਗਿਆ ਸੀ। But I can go back to the goats again and earn some more. ਤੇ ਉਹ ਖੁਸ਼ ਮਿਸਾਜ ਬੱਚਾ ਕਹਿੰਦਾ ਪਰ ਕੋਈ ਗੱਲ ਨਹੀਂ, ਫਿਕਰ ਨਹੀਂ, ਮੈਂ ਵਾਪਸ ਜਾ ਸਕਦਾ ਬੱਕਰੀਆਂ ਨੂੰ ਚਰਾਉਣ ਦੇ ਲਈ ਤੇ ਦੁਬਾਰਾ ਕੁਝ ਹੋਰ ਪੈਸੇ ਕਮਾ ਲਾਂਗਾ। As the beggar took the 3 copper coins, his rags fell from his body. ਤੇ ਜਿਵੇਂ ਹੀ ਭਿਖਾਰੀ ਨੇ ਉਹ 3 ਤਾਂਬੇ ਦੇ ਸਿੱਕੇ ਲਏ, ਉਸਦੇ ਜਿਹੜੇ ਰੈਗ ਸੀ, ਜਿਹੜੇ ਫਟੇ ਹੋਏ ਕੱਪੜੇ ਸੀਗੇ, ਰੈਗਸ ਦਾ ਮਤਲਬ ਫਟੇ ਹੋਏ ਕੱਪੜੇ, ਉਹਦੇ ਸਰੀਰ ਤੋਂ ਅਲੱਗ ਹੋ ਗਏ। ਐਂਡ ਇਨ ਦੇਅਰ ਪਲੇਸ ਅਪੀਅਰਡ ਅ ਬਲੈਕ ਵੈਲਵੇਟ ਕਲੋਕ ਵਿਦ ਸਿਲਵਰ ਵਰਕ ਔਨ ਇਟ। ਤੇ ਉਹ ਫਟੇ ਹੋਏ ਜਿਹੜੇ ਕੱਪੜੇ ਸੀ, ਉਹਨਾਂ ਦੀ ਥਾਂ ਤੇ ਇੱਕ ਜਿਹੜਾ ਮੁਲਾਇਮ ਜਾਂ ਕਾਲੇ ਰੰਗ ਦਾ ਕਲੋਕ ਹੁੰਦਾ ਇੱਕ ਵੱਡਾ ਜਿਹਾ ਕੋਟ ਹੁੰਦਾ ਜਿਹਦੀ ਸਲੀਵਸ ਨਹੀਂ ਹੁੰਦੀ, ਯਾਨੀ ਬਾਹਾਂ ਨਹੀਂ ਹੁੰਦੀਆਂ, ਉਹਦੇ ਤੇ ਸਿਲਵਰ ਕੰਮ ਕੀਤਾ ਹੋਇਆ ਸੀ। ਉਹੋ ਜਿਹਾ ਕੁਝ ਉਹਨੇ ਆਪਣਾ ਰੂਪ ਜਿਹੜਾ ਹੈ ਉਹ ਧਾਰਿਤ ਕਰ ਲਿਆ ਸੀ ਉਹ ਭਿਖਾਰੀ ਨੇ। ਯੂ ਆਰ ਅ ਗੁੱਡ ਲੈਡ। ਤੇ ਉਹ ਕਹਿੰਦਾ ਵੀ ਤੂੰ ਇੱਕ ਚੰਗਾ ਮੁੰਡਾ ਹੈਗਾ। ਲੈਡ ਅਕਸਰ ਕਿਹਾ ਜਾਂਦਾ ਹੈ ਮੁੰਡੇ ਲਈ, ਜਾਂ ਆਪਾਂ ਕਹਿ ਸਕਦੇ ਹਾਂ ਜਵਾਨ ਮੁੰਡਾ, ਉਹਦੇ ਲਈ ਵਰਡ ਯੂਜ਼ ਕੀਤਾ ਜਾਂਦਾ ਹੈ ਲੈਡ। ਆਈ ਸੀ ਸੈਡ ਦ ਓਲਡ ਮੈਨ। ਤੇ ਉਹ ਕਹਿੰਦਾ ਤੁਸੀਂ ਚੰਗੇ ਮੁੰਡੇ ਹੈਗੇ ਹੋ। ਆਈ ਐਮ ਨਾਟ ਅ ਬੈਗਰ, ਮੈਂ ਭਿਖਾਰੀ ਨਹੀਂ ਆ। ਆਈ ਐਮ ਐਨ ਏਂਜਲ, ਮੈਂ ਇੱਕ ਏਂਜਲ ਹੈਗਾ, ਯਾਨੀ ਰੱਬ ਦਾ ਭੇਜਿਆ ਹੋਇਆ ਇੱਕ ਰੂਪ ਹੈਗਾ। ਆਈ ਕੈਨ ਗ੍ਰਾਂਟ ਯੂ 2 ਵਿਸ਼ਿਸ, ਤੇ ਮੈਂ ਕੋਈ ਵੀ ਤੇਰੀ ਜਿਹੜੀ 2 ਇੱਛਾਵਾਂ ਹੈਗੀਆਂ ਨੇ ਉਹਨਾਂ ਨੂੰ ਪੂਰਾ ਕਰ ਸਕਦਾ। ਵਾਟ ਡੂ ਯੂ ਵਾਂਟ, ਤੈਨੂੰ ਕੀ ਚਾਹੀਦਾ ਹੈ? ਆਈ ਕੈਨ ਗ੍ਰਾਂਟ ਗਿਫਟਸ ਟੂ ਦੋਜ਼ ਹੂ ਡਿਜ਼ਰਵ ਦੈਮ, ਤੇ ਮੈਂ ਉਹਨਾਂ ਲੋਕਾਂ ਨੂੰ ਤੋਹਫੇ ਦੇ ਸਕਦਾ ਜੋ ਉਸਦੇ ਹੱਕਦਾਰ ਹੁੰਦੇ ਨੇ, ਯਾਨੀ ਜੋ ਕਿ ਚੰਗੇ ਹੁੰਦੇ ਨੇ ਆਪ ਵੀ। The boy thought for a moment and said, ਤੇ ਉਸ ਮੁੰਡੇ ਨੇ ਥੋੜੀ ਦੇਰ ਲਈ ਸੋਚਿਆ ਤੇ ਕਹਿੰਦਾ, I would like to have a violin which plays the music to make all men dance. ਤੇ ਉਹ ਕਹਿੰਦਾ, ਮੁੰਡਾ ਕਹਿੰਦਾ ਵੀ ਮੈਨੂੰ ਇੱਕ ਵਾਇਲਿਨ ਚਾਹੀਦਾ ਤੋਹਫੇ ਦੇ ਵਿੱਚ, ਕਿ ਜਦ ਮੈਂ ਉਸ ਵਾਇਲਿਨ ਨੂੰ ਵਜਾਵਾਂ ਤੇ ਉਹਦੇ ਵਿੱਚੋਂ ਧੁਨ ਨਿਕਲੇ, ਮਿਊਜ਼ਿਕ ਨਿਕਲੇ, ਤਾਂ ਸਾਰੇ ਦੇ ਸਾਰੇ ਜਿੰਨੇ ਆਦਮੀ ਨੇ ਉਹ ਉਸ ਸੰਗੀਤ ਤੇ ਨੱਚਣ ਲੱਗ ਜਾਣ। ਐਂਡ ਅ ਗਨ that will always hit the thing at which I aim. ਤੇ ਮੈਨੂੰ ਇਸ ਤੋਂ ਇਲਾਵਾ ਇੱਕ ਬੰਦੂਕ ਚਾਹੀਦੀ ਹੈ ਜੋ ਉੱਥੇ ਮਾਰੇ ਜਿਸ ਵੱਲ ਮੈਂ ਨਿਸ਼ਾਨਾ ਕਰਾਂ। ਏਮ ਕਰਨਾ ਮਤਲਬ ਜਿੱਥੇ ਵੀ ਮੈਂ ਨਿਸ਼ਾਨਾ ਕਰਾਂ ਉਹ ਬੰਦੂਕ ਉੱਥੇ ਵੱਲ ਨੂੰ ਚੱਲ ਜਾਏ। The old man smiled and at once from beneath his cloak, ਉਹ ਜਿਹੜਾ ਕੋਟ ਸੀ ਲੰਬੇ ਵਾਲਾ, ਸਿਲਵਰ ਉਹਦੇ ਤੇ ਕੰਮ ਕੀਤਾ ਹੋਇਆ ਸੀ, ਬਾਜੂਆਂ ਤੋਂ ਬਗੈਰ ਸੀ, he brought out a violin and a gun. ਤੇ ਜਿਹੜਾ ਬਜ਼ੁਰਗ ਇਨਸਾਨ ਸੀ ਜੋ ਕਿ ਪਹਿਲਾਂ ਭਿਖਾਰੀ ਸੀ ਹੁਣ ਐਂਜਲ ਬਣ ਗਿਆ ਸੀ, ਉਹਨੇ ਸਮਾਈਲ ਦਿੱਤੀ ਤੇ ਆਪਣੇ ਜਿਹੜੇ ਕਲੋਕ ਸੀ ਉਹਦੇ ਵਿੱਚੋਂ ਇੱਕ ਵਾਇਲਿਨ ਕੱਢਿਆ ਤੇ ਇੱਕ ਗਨ ਬੰਦੂਕ ਕੱਢੀ। He gave them to the boy. ਤੇ ਉਸਨੇ ਉਹ ਦੋਨੋਂ ਚੀਜ਼ਾਂ ਉਸ ਮੁੰਡੇ ਨੂੰ ਦੇ ਦਿੱਤੀਆਂ।
may they bring you the happiness that you deserve। ਤੇ ਉਹ ਕਹਿੰਦਾ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਮੈਂ ਉਮੀਦ ਕਰਦਾ ਵੀ ਇਹ ਤੈਨੂੰ ਖੁਸ਼ੀ ਦੇ ਜਿਸ ਦਾ ਤੂੰ ਹੱਕਦਾਰ ਹੈ। he said and disappeared। ਇਹ ਗੱਲ ਕਹਿ ਕੇ ਉਹ ਗਾਇਬ ਹੋ ਗਿਆ। disappeared यानी गायब हो जाना। The boy made his way back towards the farm where he had worked for 3 long years for the 3 copper coins। ਤੇ ਇਸ ਤੋਂ ਬਾਅਦ ਉਹ ਮੁੰਡਾ ਵਾਪਸ ਉਸ ਖੇਤ ਵੱਲ ਨੂੰ ਮੁੜਿਆ ਜਿੱਥੇ ਉਸਨੇ 3 ਤਾਂਬੇ ਦੇ ਸਿੱਕੇ ਜਿਹੜੇ ਸੀ ਉਹ ਕਮਾਏ ਸੀ 3 ਸਾਲ ਮਿਹਨਤ ਕਰਨ ਤੋਂ ਬਾਅਦ। And just as he went near the gate, a bird flew up from a field। ਤੇ ਜਦੋਂ ਹੀ ਉਹ ਗੇਟ ਨੇੜੇ ਗਿਆ ਇੱਕ ਪੰਛੀ ਖੇਤ ਦੇ ਵਿੱਚੋਂ ਉੱਡ ਗਿਆ। ਗੇਟ ਕੋਲ ਜਾ ਕੇ ਆਵਾਜ਼ ਆਈ ਹੋਣੀ, ਪੰਛੀ ਉੱਡ ਗਿਆ ਆਵਾਜ਼ ਤੋਂ। At once the boy aimed at it with his magic gun and of course hit the bird। ਤੇ ਜਦੋਂ ਹੀ ਉਹ ਬਰਡ ਉੜਿਆ ਤੇ ਉਸ ਮੁੰਡੇ ਨੇ ਆਪਣੀ ਜਿਹੜੀ ਜਾਦੂਈ ਬੰਦੂਕ ਸੀ ਉਸ ਨਾਲ ਉਸ ਵੱਲ ਨਿਸ਼ਾਨਾ ਬਣਾਇਆ ਤੇ ਜਿਵੇਂ ਪਤਾ ਹੀ ਹੈ ਉਹ ਜਿਹੜਾ ਪੰਛੀ ਸੀ ਉਹਨੂੰ ਬੰਦੂਕ ਦੀ ਗੋਲੀ ਲੱਗ ਗਈ। As the bird fell, the farmer came out of the house and went to pick it up। ਜਿਵੇਂ ਹੀ ਇਸ ਚੀਜ਼ ਦੀ ਆਵਾਜ਼ ਆਈ ਪੰਛੀ ਗਿਰਿਆ ਤੇ ਜਿਹੜਾ ਫਾਰਮਰ ਸੀ ਕਿਸਾਨ ਸੀ ਉਹ ਘਰੋਂ ਬਾਹਰ ਆਇਆ ਤੇ ਉਸਨੇ ਉਸ ਪੰਛੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਚੁੱਕ ਲਿਆ। That is mine, he shouted। ਇਹ ਮੇਰਾ ਪੰਛੀ ਸੀ, ਉਹ ਚਿल्लाया, ਚੀਕਿਆ ਜ਼ੋਰ ਕੇ। Certainly, answered the boy, but you may only have it by dancing for it। ਤੇ ਉਹ ਕਹਿੰਦਾ ਯਕੀਨਨ ਇਹ ਤੇਰਾ ਹੀ ਪੰਛੀ ਹੈ ਪਰ ਤੂੰ ਇਸ ਨੂੰ ਪਾ ਸਕਦਾ ਹੈ ਜੇ ਤੂੰ ਨੱਚ ਕੇ ਦਿਖਾਏ। I will have none of your rudeness, you rascal, shouted the farmer। ਤੇ ਜਿਹੜਾ ਕਿਸਾਨ ਸੀ ਉਹਦੀ ਗੱਲਾਂ ਸੁਣ ਕੇ ਉਹ ਕਹਿੰਦਾ ਇਹ ਜਿਹੜੀਆਂ ਅਜੀਬ ਜੀਆਂ ਗੱਲਾਂ ਤੂੰ ਕਰ ਰਿਹਾ ਨੂੰ ਗਾਲਾਂ ਕੱਢ ਕੇ ਕਹਿੰਦਾ ਮੈਂ ਇਹ ਸਭ ਨਹੀਂ ਲੈਂਦਾ, ਤੂੰ ਚੱਲ। But before he could reach the bird, the boy began to play on his violin and the farmer had to dance। ਤੇ ਅਜੇ ਜਿਹੜਾ ਕਿਸਾਨ ਸੀ ਉਹਨੇ ਚੱਕਿਆ ਨਹੀਂ ਸੀ, ਉਹ ਗਿਆ ਸੀ ਬਰਡ ਕੋਲ। ਹੀ ਵੈਂਟ ਟੂ ਪਿਕ ਇਟ ਅਪ ਬਟ ਅਜੇ ਚੱਕ ਨਹੀਂ ਪਾਇਆ ਸੀ ਤੇ ਮੁੰਡੇ ਨੇ ਕਿਹਾ ਸੀ ਵੀ ਜੇ ਤੂੰ ਚੱਕਣਾ ਹੈ ਤਾਂ ਡਾਂਸ ਕਰਕੇ ਦਿਖਾ। ਤੇ ਉਹ ਕਹਿੰਦਾ ਵੀ ਮੈਂ ਨਹੀਂ ਡਾਂਸ ਡੂੰਸ ਕਰਨਾ, ਮੈਂ ਜਾ ਕੇ ਚੱਕ ਲਾਂਗਾ। ਪਰ ਇਸ ਤੋਂ ਪਹਿਲਾਂ ਕਿ ਉਹ ਜਾ ਕੇ ਉਸ ਪੰਛੀ ਨੂੰ ਚੱਕਦਾ ਉਹ ਜਿਹੜਾ ਮੁੰਡਾ ਸੀ ਉਹਨੇ ਵਾਇਲਿਨ ਪਲੇ ਕਰਨਾ ਸ਼ੁਰੂ ਕਰਤਾ, ਮਿਊਜ਼ਿਕ ਵਜਾਉਣਾ ਸ਼ੁਰੂ ਕਰਤਾ ਤੇ ਮਜਬੂਰਨ ਜਿਹੜਾ ਕਿਸਾਨ ਸੀ ਉਹਨੂੰ ਡਾਂਸ ਕਰਨਾ ਪਿਆ ਕਿਉਂਕਿ ਉਹ ਜਾਦੂਈ ਵਾਇਲਿਨ ਸੀ। ਹੀ ਡਾਂਸਡ ਐਂਡ ਦ ਬॉय ਵੁੱਡ ਨਾਟ ਸਟਾਪ ਪਲੇਇੰਗ। ਤੇ ਉਹ ਨੱਚਦਾ ਰਿਹਾ ਪਰ ਜਿਹੜਾ ਮੁੰਡਾ ਸੀ ਉਹਨੇ ਮਿਊਜ਼ਿਕ ਵਜਾਉਣਾ ਬੰਦ ਨਹੀਂ ਕੀਤਾ। Stop, shouted the tired farmer। Stop, oh please stop। ਤੇ ਉਹ ਕਹਿੰਦਾ ਰੁਕ ਜਾ। ਕਿਸਾਨ ਥੱਕ ਗਿਆ ਸੀ ਨੱਚਦਾ ਉਹਨੇ ਰੌਲਾ ਪਾਇਆ ਵੀ ਰੁਕ ਜਾ, ਪਲੀਜ਼ ਰੁਕ ਜਾ। I will give you 1,000 pieces of silver if you only stop। ਤੇ ਉਹ ਕਹਿੰਦਾ ਮੈਂ ਤੈਨੂੰ ਚਾਂਦੀ ਦੇ 1,000 ਸਿੱਕੇ ਦੇ ਦੇਵਾਂਗਾ ਜੇਕਰ ਤੂੰ ਰੁਕ ਜਾਏ, ਬਸ ਰੁਕ ਜਾ। Let us go and fetch them first, said the boy। fetch ਦਾ ਮਤਲਬ ਹੁੰਦਾ ਹੈ ਲੈ ਕੇ ਆਣਾ। ਤੇ ਬੱਚਾ ਕਹਿੰਦਾ ਹੈ, ਮੁੰਡਾ ਕਹਿੰਦਾ ਹੈ ਵੀ ਠੀਕ ਹੈ ਵੀ ਪਹਿਲਾਂ ਚਲੋ ਉਹ ਸਿੱਕੇ ਲੈ ਕੇ ਆਉਂਦੇ ਆ। So still dancing, the farmer went into his house and took the silver coins from beneath a board in the floor where he had hidden them। And the boy played on and on। ਤੇ ਜਿਵੇਂ ਮੁੰਡੇ ਨੇ ਕਿਹਾ ਇਸ ਕਰਕੇ ਜਿਹੜਾ ਕਿਸਾਨ ਸੀ ਉਹ ਨੱਚਦਾ ਹੋਇਆ ਆਪਣੇ ਘਰ ਵੱਲ ਨੂੰ ਗਿਆ ਤੇ ਚਾਂਦੀ ਦੇ ਸਿੱਕੇ ਫਰਸ਼ ਦੇ ਵਿੱਚ ਇੱਕ ਬੋਰਡ ਸੀ ਉਹਦੇ ਹੇਠਾਂ ਉਹਨੇ ਕੱਢੇ ਤੇ ਕੱਢਣ ਤੋਂ ਬਾਅਦ ਜਿਹੜੇ ਉੱਥੇ ਛੁਪਾਏ ਹੋਏ ਸੀ ਉਹਨੇ ਉਸ ਮੁੰਡੇ ਨੂੰ ਦੇਣ ਦੀ ਕੋਸ਼ਿਸ਼ ਕੀਤੀ। ਜਿਹੜਾ ਮੁੰਡਾ ਉਹ ਮਿਊਜ਼ਿਕ ਵਜਾ ਰਿਹਾ ਸੀ ਵਾਇਲਿਨ ਤੇ ਅਜੇ ਵੀ ਵਜਾ ਹੀ ਰਿਹਾ ਸੀ। It was only when the farmer held out the 1,000 pieces of silver to the boy that he stopped playing the violin। ਤੇ ਉਹ ਮੁੰਡੇ ਨੇ ਤਦ ਹੀ ਮਿਊਜ਼ਿਕ ਬੰਦ ਕੀਤਾ ਜਦੋਂ ਕਿਸਾਨ ਨੇ ਚਾਂਦੀ ਦੇ 1,000 ਸਿੱਕੇ ਮੁੰਡੇ ਨੂੰ ਦੇ ਦਿੱਤੇ। ਫਿਰ ਉਸਨੇ ਵਾਇਲਿਨ ਵਜਾਉਣਾ ਬੰਦ ਕਰ ਦਿੱਤਾ। Then he went on his way। ਤੇ ਫਿਰ ਉਹ ਆਪਣੇ ਰਾਹ ਵੱਲ ਨੂੰ ਤੁਰ ਪਿਆ। But the farmer ran before him into the village and told the police that the boy was a thief।
ਪਰ ਜਿਹੜਾ ਕਿਸਾਨ ਸੀ ਉਹ ਬਹੁਤ ਚਲਾਕ ਸੀ। ਉਹ ਉਸ ਮੁੰਡੇ ਤੇ ਅੱਗੇ ਵਧਣ ਤੋਂ ਪਹਿਲਾਂ ਭੱਜਦਾ ਉਹ ਪਿੰਡ ਵੱਲ ਨੂੰ ਭੱਜਿਆ ਤੇ ਪੁਲਿਸ ਨੂੰ ਜਾ ਕੇ ਦੱਸਦਾ ਵੀ ਇਹ ਜਿਹੜਾ ਮੁੰਡਾ ਹੈਗਾ ਉੱਥੇ ਆਏਗਾ, ਉਹ ਇੱਕ ਚੋਰ ਹੈਗਾ। The magistrate sent out the policemen and they soon caught the boy with the 1,000 pieces of silver that the farmer said he had stolen। ਤੇ ਫਿਰ ਜਿਹੜਾ ਮੈਜਿਸਟ੍ਰੇਟ ਸੀ ਉਹਨੇ ਆਰਡਰ ਦਿੱਤਾ ਪੁਲਿਸ ਨੂੰ ਵੀ ਜਾ ਕੇ ਉਸ ਮੁੰਡੇ ਨੂੰ ਫੜੋ, ਤੇ ਉਹਨਾਂ ਨੇ ਮੁੰਡੇ ਨੂੰ ਫੜ ਵੀ ਲਿਆ ਤੇ ਉਹਦੇ ਕੋਲ ਉਹ ਸਿੱਕੇ ਮਿਲ ਗਏ ਜਿਹੜੇ ਉਹ ਕਿਸਾਨ ਨੇ ਦੱਸਿਆ ਸੀ ਵੀ ਹਾਂ ਵੀ ਇਹਨੇ ਚੁਰਾਏ ਹੋਏ ਨੇ, ਉਹਦੇ ਕੋਲ ਉਹ ਸਿੱਕੇ ਮਿਲ ਗਏ। ਹੁਣ ਮੈਜਿਸਟ੍ਰੇਟ ਕੀ ਹੁੰਦਾ? ਇੱਕ ਜੱਜ ਹੁੰਦਾ ਜੋ ਦੱਸਦਾ ਹੈ ਵੀ ਕਿਹੜੀ ਗੱਲ ਸਹੀ ਹੈ ਕਿਹੜੀ ਗਲਤ ਹੈਗੀ ਹੈ। ਇਨ ਦੋਜ਼ ਡੇਜ਼ ਇਨ ਸਿਸਲੀ ਦ ਪਨਿਸ਼ਮੈਂਟ ਫॉर ਸਟੀਲਿੰਗ ਵਾਸ ਡੈਥ। ਤੇ ਉਹਨਾਂ ਦਿਨਾਂ ਦੇ ਵਿੱਚ ਸਿਸਲੀ ਦੇ ਵਿੱਚ ਜਿਹੜੀ ਪਨਿਸ਼ਮੈਂਟ ਸੀ, ਜਿਹੜੀ ਸਜ਼ਾ ਸੀ ਚੋਰੀ ਕਰਨ ਦੀ, ਉਹ ਮੌਤ ਸੀ ਸਿੱਧਾ, ਵੀ ਜੇ ਕੋਈ ਵੀ ਚੋਰੀ ਕਰਦਾ ਤੇ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। It seemed impossible for such a poor boy to have such a large sum of money। ਤੇ ਇਹ ਗੱਲ ਤਾਂ ਬਿਲਕੁਲ ਹੀ ਆਪਾਂ ਕਹਿ ਸਕਦੇ ਹਾਂ ਵਿਸ਼ਵਾਸ ਲਾਇਕ ਸੀ ਨਹੀਂ ਵੀ ਇੰਨੇ ਛੋਟੇ ਮੁੰਡੇ ਕੋਲ ਇੰਨੇ ਪੈਸੇ ਕਿਵੇਂ ਆਣਗੇ। ਸੋ ਹੀ ਵਾਸ sentenced to be hanged at once। ਤੇ ਇਸ ਕਰਕੇ ਉਸਨੂੰ ਸਜ਼ਾਏ ਮੌਤ ਦੀ ਸਜ਼ਾ ਮਿਲ ਗਈ ਵੀ ਇਹਨਾਂ ਛੋਟੇ ਮੁੰਡੇ ਨੇ ਪੱਕਾ ਚੋਰੀ ਹੀ ਕੀਤੀ ਹੋਣੀ, ਤੇ ਚੋਰੀ ਦੀ ਸਜ਼ਾ ਸੀ ਕਿਸੇ ਨੂੰ ਫਾਂਸੀ ਚੜਾ ਦੇਣਾ। The boy asked the magistrate to let him play the violin before he was hanged। ਤੇ ਉਸ ਲੜਕੇ ਨੇ ਮੈਜਿਸਟ੍ਰੇਟ ਨੂੰ ਫਾਂਸੀ ਦੇਣ ਤੋਂ ਪਹਿਲਾਂ ਉਸਨੂੰ ਕਿਹਾ ਵੀ ਮੈਂ ਇੱਕ ਵਾਰ ਆਪਣਾ ਵਾਇਲਿਨ ਵਜਾਉਣਾ ਚਾਹੁੰਦਾ। The kind magistrate allowed him to do so। ਤੇ ਦਿਆਲੂ ਜਿਹੜਾ ਮੈਜਿਸਟ੍ਰੇਟ ਸੀ, ਜਿਹੜਾ ਜੱਜ ਸੀ, ਉਹਨੇ ਕਹਿਤਾ ਵੀ ਇਹ ਜਿਹਾ ਕਰ ਲਓ, ਕੋਈ ਗੱਲ ਨਹੀਂ, ਤੇਰੀ ਆਖਰੀ ਇੱਛਾ। The farmer cried out in alarm when he saw the hangman give the violin back to the boy and shouted to the magistrate। ਤੇ ਜਦੋਂ ਇਹ ਸਭ ਹੁੰਦਾ ਹੋਇਆ ਕਿਸਾਨ ਨੇ ਦੇਖਿਆ ਤੇ ਉਹਨੇ ਜ਼ੋਰ ਦੇ ਚਿল্ਲਾਇਆ। ਹੈਂਗਮੈਨ ਹੁੰਦਾ ਜਿਹੜਾ ਉਹਨੂੰ ਫਾਂਸੀ ਦੇ ਰਿਹਾ ਸੀ ਨਾ, ਉਹਨੇ ਲਿਆ ਕੇ ਉਹਨੂੰ ਉਹਦਾ ਵਾਇਲਿਨ ਵਾਪਸ ਦਿੱਤਾ ਸੀ ਮੁੰਡੇ ਦਾ। ਤੇ ਜਦ ਇਹ ਸਭ ਕੁਝ ਹੁੰਦਾ ਦੇਖਿਆ ਆਪਣਾ ਕਿਸਾਨ ਨੇ, ਤੇ ਉਹ ਜ਼ੋਰ ਕੇ ਮੈਜਿਸਟ੍ਰੇਟ ਨੂੰ ਚਿল্ਲਾਇਆ, ਜੱਜ ਨੂੰ ਚਿল্ਲਾਇਆ, ਹੀ ਮਸਟ ਨਾਟ ਪਲੇ। ਉਹ ਕਹਿੰਦਾ ਵੀ ਨਹੀਂ ਇਹਨੂੰ ਵਜਾਣ ਨਾ ਦਿਓ ਇਹ ਵਾਇਲਿਨ, ਹੀ ਮਸਟ ਨਾਟ ਪਲੇ, ਨਹੀਂ ਇਹਨੂੰ ਨਾ ਵਜਾਣ ਦਿਓ, ਓ ਡੂ ਨਾਟ ਲੈਟ ਹਿਮ ਪਲੇ, ਨਹੀਂ ਇਹਨੂੰ ਰੋਕੋ। ਪਰ ਦ ਮੈਜਿਸਟ੍ਰੇਟ ਓਨਲੀ ਸਮਾਈਲਡ ਐਂਡ ਸੈਡ। ਪਰ ਜਿਹੜਾ ਜੱਜ ਸੀ ਉਹਨੇ ਸਮਾਈਲ ਕਰਦੇ ਹੋਏ ਕਿਹਾ ਇਟ ਕੈਨ ਡੂ ਨੋ ਹਾਰਮ। ਉਹ ਕਹਿੰਦਾ ਵੀ ਇਹ ਕੋਈ ਨੁਕਸਾਨ ਨਹੀਂ ਕਰ ਸਕਦਾ ਇਹ ਜਿਹੜਾ ਮਿਊਜ਼ਿਕ ਹੈਗਾ। ਲੈਟ ਦ ਪੂਅਰ ਲੈਡ ਪਲੇ ਦ ਵਾਇਲਿਨ ਫॉर ਅ ਫਿਊ ਮਿਨਟਸ। ਉਹ ਕਹਿੰਦਾ ਇਹ ਛੋਟਾ ਜਿਹਾ ਯੰਗ ਜਿਹਾ ਜਿਹੜਾ ਮੁੰਡਾ ਹੈ, ਜਵਾਨ ਜਿਹਾ, ਇਹਨੂੰ ਥੋੜੀ ਦੇਰ ਕੁਝ ਮਿੰਟ ਜਿਹੜਾ ਵਾਇਲਿਨ ਹੈ ਉਹ ਵਜਾ ਲੈਣ ਦਿਓ। ਹੀ ਇਜ਼ ਟੂ ਯੰਗ ਟੂ ਡਾਈ। ਵੀ ਇਹ ਬਹੁਤ ਯੰਗ ਹੈ, ਬਹੁਤ ਛੋਟਾ ਹੈ ਜੇ ਫਾਂਸੀ ਦੀ ਸਜ਼ਾ ਲਈ, ਮਰਨ ਲਈ। ਸੋ ਦ ਬॉय ਬਿਗੈਨ ਟੂ ਪਲੇ ਦ ਵਾਇਲਿਨ। ਤੋ ਇਸ ਲਈ ਜਿਹੜਾ ਮੁੰਡਾ ਸੀ ਉਹ ਵਾਇਲਿਨ ਵਜਾਉਣ ਲੱਗ ਪਿਆ। ਐਟ ਵੰਸ ਦ ਮੈਜਿਸਟ੍ਰੇਟ ਐਂਡ ਦ ਹੈਂਗਮੈਨ ਐਂਡ ਦ ਫਾਰਮਰ and all the people who were gathered in the marketplace to see the poor boy being hanged began to dance। ਤੇ ਜਦੋਂ ਹੀ ਮਿਊਜ਼ਿਕ ਵੱਜਿਆ ਉਦੋਂ ਹੀ ਜਿਹੜਾ ਮੈਜਿਸਟ੍ਰੇਟ ਸੀ, ਜਿਹੜਾ ਕਿਸਾਨ ਸੀ, ਜਿਹਨੇ ਫਾਂਸੀ ਚੜਾਉਣਾ ਸੀ ਹੈਂਗਮੈਨ, ਤੇ ਜਿਹੜੇ ਆਲੇ ਦੁਆਲੇ ਬੰਦੇ ਸੀ, ਉਹ ਸਾਰੇ ਨੱਚਣ ਲੱਗ ਪਏ ਕਿਉਂਕਿ ਉਹ ਸਾਰੇ ਉੱਥੇ ਇਕੱਠੇ ਹੋਏ ਸੀ ਦੁਕਾਨਾਂ ਕੋਲ ਉਹਨੂੰ ਫਾਂਸੀ ਚੜ੍ਹਦੇ ਹੋਏ ਦੇਖਣ ਲਈ। They danced and while the boy played they could not stop dancing। ਤੇ ਉਹ ਨੱਚਦੇ ਰਹੇ ਤੇ ਜਦੋਂ ਤੱਕ ਮੁੰਡਾ ਉਹ ਵਾਇਲਿਨ ਚਲਾਉਂਦਾ ਰਿਹਾ ਉਹ ਨੱਚਣਾ ਬੰਦ ਨਹੀਂ ਕਰ ਸਕਦੇ ਸੀ। ਉਹਨਾਂ ਨੂੰ ਨੱਚਣਾ ਹੀ ਪਿਆ ਕਿਉਂਕਿ ਉਹ ਜਾਦੂਈ ਵਾਇਲਿਨ ਸੀ। ਓ ਦ ਮੈਜਿਸਟ੍ਰੇਟ ਕਰਾਈਡ। ਤੇ ਉਹ ਜਿਹੜਾ ਜੱਜ ਸੀ ਉਹ ਰੋਣ ਲੱਗ ਪਿਆ, ਉਹ ਰੋਕੋ, ਆਈ ਕੈਨ ਨਾਟ ਗੋ ਔਨ, ਆਈ ਕੈਨ ਨਾਟ, ਮੈਂ ਹੁਣ ਨਹੀਂ ਨੱਚ ਸਕਦਾ, ਰੋਕੋ। But he had to dance because he could not stop। ਪਰ ਉਹਨੂੰ ਨੱਚਣਾ ਪੈ ਰਿਹਾ ਸੀ ਕਿਉਂਕਿ ਜਦ ਤੱਕ ਧੁਨ ਚੱਲ ਰਹੀ ਸੀ ਉਹ ਰੋਕ ਨਹੀਂ ਸਕਦਾ ਸੀ ਆਪਣੇ ਆਪ ਨੂੰ। Make him stop, cried the tired farmer। ਤੇ ਥੱਕਿਆ ਹੋਇਆ ਜਿਹੜਾ ਕਿਸਾਨ ਸੀ ਉਹ ਕਹਿੰਦਾ ਇਹਨੂੰ ਰੋਕੋ, make him stop, ਇਹਨੂੰ ਰੋਕੋ।
he can have my 1,000 pieces of silver if he stops। ਹੁਣ ਕਿਸਾਨ ਤਾਂ ਪਹਿਲਾਂ ਹੀ ਨੱਚ ਕੇ ਆਇਆ ਸੀ, ਉਹ ਕਹਿੰਦਾ ਬਈ ਇਹਨੂੰ ਰੋਕੋ, ਇਹਨੂੰ ਕਹੋ ਵੀ ਜਿਹੜੇ 1000 ਪੈਸੇ ਹੈਗੇ ਨੇ ਉਹ ਸਿੱਕੇ ਰੱਖ ਲੈ ਆਪਣੇ ਕੋਲ ਚਾਂਦੀ ਦੇ, ਪਰ ਇਹ ਰੁਕ ਜੇ। I shall die, I shall die, cried the hangman। ਤੇ ਜਿਹੜਾ ਇਨਸਾਨ ਉਹਨੂੰ ਫਾਂਸੀ ਚੜਾਉਣ ਲਈ ਖੜਿਆ ਸੀ ਉਹ ਕਹਿੰਦਾ ਮੈਂ ਮਰ ਜਾਵਾਂਗਾ, ਮੈਂ ਮਰ ਜਾਵਾਂਗਾ। I can dance no more, make him stop। ਉਹ ਕਹਿੰਦਾ ਮੈਂ ਹੋਰ ਨਹੀਂ ਨੱਚ ਸਕਦਾ ਬਈ, ਇਹਨੂੰ ਰੋਕੋ। But the boy played on। ਪਰ ਜਿਹੜਾ ਮੁੰਡਾ ਸੀ ਉਹ ਵਜਾਉਂਦਾ ਰਿਹਾ। played on ਦਾ ਮਤਲਬ ਖੇਡਣਾ ਨਹੀਂ, ਉਹ played on ਦਾ ਮਤਲਬ ਮਿਊਜ਼ਿਕ ਚਲਾਉਂਦਾ ਰਿਹਾ। And the magistrate and the hangman and the farmer looked like dead people। ਤੇ ਜਿਹੜਾ ਮੈਜਿਸਟ੍ਰੇਟ ਸੀ ਜਿਹਨੇ ਫਾਂਸੀ ਚੜਾਉਣਾ ਸੀ, ਜਿਹੜਾ ਕਿਸਾਨ ਸੀ, ਉਹ ਬਿਲਕੁਲ ਐਨਰਜੀ ਖਤਮ ਹੋ ਗਈ ਸੀ, ਨੱਚਦੇ ਨੱਚਦੇ ਉਹ ਮਰੇ ਹੋਏ ਲੱਗ ਰਹੇ ਸੀ। looked like dead people dancing for they had no strength left। ਕਿਉਂਕਿ ਉਹਨਾਂ ਵਿੱਚ ਸਟਰੈਂਥ ਨਹੀਂ ਬਚੀ ਸੀ, ਤਾਕਤ ਨਹੀਂ ਬਚੀ ਸੀ। but they could not stop। ਤਾਕਤ ਤਾਂ ਬਚੀ ਨਹੀਂ ਸੀ ਪਰ ਹੁਣ ਉਹ ਰੁਕ ਵੀ ਨਹੀਂ ਸਕਦੇ ਸੀ। at last the magistrate cried, stop boy stop, you shall go free। ਅਖੀਰ ਵਿੱਚ ਜਿਹੜਾ ਮੈਜਿਸਟ੍ਰੇਟ ਸੀ, ਜਿਹੜਾ ਜੱਜ ਸੀ, ਉਹ ਰੋਣ ਰੋ ਕੇ ਚੀਕਣ ਲੱਗ ਗਿਆ ਬਈ ਰੁਕ ਜਾ ਮੁੰਡੇ, ਰੁਕ ਜਾ, ਤੂੰ ਜਾ ਸਕਦਾ, ਤੈਨੂੰ ਫਾਂਸੀ ਨਹੀਂ ਚੜਾਵਾਂਗੇ। the farmer gives you the 1,000 pieces of silver and I give you your freedom। ਤੇ ਉਹ ਬੰਦਾ ਕਹਿੰਦਾ ਵੀ ਜਿਹੜਾ ਕਿਸਾਨ ਹੈਗਾ ਉਹ ਤਾਂ ਚਲੋ ਉਹਦੇ ਜਿਹੜੇ 1000 ਸਿੱਕੇ ਹੈਗੇ ਨੇ ਚਾਂਦੀ ਦੇ ਉਹ ਤਾਂ ਤੂੰ ਰੱਖ ਹੀ ਲੈ, ਤੇ ਮੇਰੇ ਵੱਲੋਂ ਤੈਨੂੰ ਆਜ਼ਾਦੀ ਹੈ, ਫਾਂਸੀ ਨਹੀਂ ਦਿੱਤੀ ਜਾ ਰਹੀ। ਵੈਰੀ ਵੈਲ ਸੈਡ ਦ ਬॉय। ਤੇ ਉਹ ਮੁੰਡਾ ਕਹਿੰਦਾ ਸ਼ਾਬਾਸ਼, ਬਹੁਤ ਵਧੀਆ। ਟੈਲ ਦ ਹੈਂਗਮੈਨ ਟੂ ਫੈਚ ਮਾਈ ਗਨ। ਤੇ ਉਹ ਕਹਿੰਦਾ ਵੀ ਚਲੋ ਹੁਣ ਇਹ ਜਿਹੜਾ ਹੈਂਗਮੈਨ ਹੈਗਾ ਇਹਨੂੰ ਕਹੋ ਵੀ ਮੇਰੀ ਬੰਦੂਕ ਲੈ ਕੇ ਆਏ। ਐਂਡ ਸਿਲਵਰ ਪੀਸਿਸ, ਤੇ ਜਿਹੜੇ ਚਾਂਦੀ ਦੇ ਸਿੱਕੇ ਹੈਗੇ ਨੇ 1000। ਐਂਡ ਆਈ ਵਿਲ ਸਟਾਪ, ਤੇ ਫਿਰ ਮੈਂ ਰੁਕ ਜਾਵਾਂਗਾ। ਸੋ ਦ ਹੈਂਗਮੈਨ ਡਾਂਸਡ ਅਵੇ ਟੂ ਦ ਕੋਰਟ ਹਾਊਸ। ਤੇ ਜਿਹੜਾ ਹੈਂਗਮੈਨ ਸੀ ਜਿਹਨੇ ਫਾਂਸੀ ਚੜਾਉਣਾ ਸੀ ਉਹ ਨੱਚਦਾ ਨੱਚਦਾ ਕੋਰਟ ਹਾਊਸ ਦੇ ਵਿੱਚ ਗਿਆ। ਵੇਅਰ ਦ ਸਿਲਵਰ ਐਂਡ ਦ ਗਨ ਵਰ ਕੈਪਟ, ਜਿੱਥੇ ਪੈਸੇ ਤੇ ਬੰਦੂਕ ਰੱਖੀ ਹੋਈ ਸੀ। He returned with the boy's things in his hand। ਤੇ ਨੱਚਦਾ ਨੱਚਦਾ ਉਹ ਮੁੰਡੇ ਦੀਆਂ ਚੀਜ਼ਾਂ ਲੈ ਕੇ ਹੱਥ ਵਿੱਚ ਵਾਪਸ ਬਾਹਰ ਨੂੰ ਆਇਆ। The boy said, ਤੇ ਮੁੰਡਾ ਕਹਿੰਦਾ tie the gun to my belt and put the money in my pockets। ਤੇ ਕਿਉਂਕਿ ਉਹ ਵਾਇਲਿਨ ਵਜਾ ਰਿਹਾ ਸੀ ਤੇ ਉਹ ਕਹਿੰਦਾ ਵੀ ਇਹ ਜਿਹੜੀ ਬੰਦੂਕ ਹੈਗੀ ਹੈ, ਇਹ ਜਿਹੜੀ ਗਨ ਹੈਗੀ ਇਹਨੂੰ ਮੇਰੇ ਬੈਲਟ ਨਾਲ ਟੰਗ ਦਿਓ, ਤੇ ਜਿਹੜੇ ਪੈਸੇ ਨੇ ਉਹ ਮੇਰੇ ਪੋਕਟ, ਮੇਰੀ ਜੇਬ ਦੇ ਵਿੱਚ ਪਾ ਦਿਓ। because I trust no one anymore। ਕਿਉਂਕਿ ਮੈਨੂੰ ਹੁਣ ਕਿਸੇ ਤੇ ਵੀ ਭਰੋਸਾ ਨਹੀਂ ਹੈ। ਦੇਖੋ ਕਿੰਨਾ ਵੱਡਾ ਧੋਖਾ ਦਿੱਤਾ ਮੈਨੂੰ ਕਿਸਾਨ ਨੇ। I shall not stop playing until I have that which is my own। ਤੇ ਮੈਂ ਉਦੋਂ ਤੱਕ ਵਜਾਣਾ ਬੰਦ ਨਹੀਂ ਕਰਾਂਗਾ ਜਦੋਂ ਤੱਕ ਮੇਰੇ ਕੋਲ ਉਹ ਚੀਜ਼ ਨਹੀਂ ਆ ਜਾਊਗੀ ਜਿਹੜੀ ਮੇਰੀ ਹੀ ਹੈ। and I am too far away from you to catch me again। ਤੇ ਮੈਂ ਉਦੋਂ ਤੱਕ ਨਹੀਂ ਰੋਕਾਂਗਾ ਜਦੋਂ ਤੱਕ ਮੈਂ ਇੰਨੀ ਦੂਰ ਚਲਾ ਜਾ ਤੁਹਾਡੇ ਤੋਂ ਕਿ ਤੁਸੀਂ ਮੈਨੂੰ ਫੜ ਹੀ ਨਾ ਪਾਓ। when the gun was tied to his belt and the money was in his pockets। ਜਦੋਂ ਬੰਦੂਕ ਉਸਦੀ ਬੈਲਟ ਨਾਲ ਬੰਨ੍ਹ ਦਿੱਤੀ ਗਈ ਤੇ ਪੈਸੇ ਉਸਦੀ ਜੇਬ ਵਿੱਚ ਪਾ ਦਿੱਤੇ ਗਏ। he began to walk away। ਤੇ ਫਿਰ ਉਸਨੇ ਤੁਰਨਾ ਸ਼ੁਰੂ ਕਰਤਾ। but he still played on the violin because he would not trust them। ਪਰ ਉਹ ਦੂਰ ਜਾਂਦਾ ਜਾਂਦਾ ਵੀ ਵਾਇਲਿਨ ਵਜਾ ਰਿਹਾ ਸੀ ਕਿਉਂਕਿ ਜਦ ਤੱਕ ਆਵਾਜ਼ ਉਹਨਾਂ ਸਾਰਿਆਂ ਦੇ ਕੰਨਾਂ ਵਿੱਚ ਪੈ ਰਹੀ ਸੀ ਉਹਨਾਂ ਨੂੰ ਨੱਚਣਾ ਪੈ ਰਿਹਾ ਸੀ। The farmer and the magistrate and the hangman kept on dancing in the marketplace। ਤੇ ਸਾਰੇ ਬੰਦੇ, ਕਿਸਾਨ ਹੋ ਗਿਆ, ਮੈਜਿਸਟ੍ਰੇਟ ਜਾਂ ਜੱਜ ਹੋ ਗਿਆ, ਤੇ ਜਿਹਨੇ ਫਾਂਸੀ ਲਗਾਣੀ ਸੀ ਉਹ ਸਾਰੇ ਉਸ ਮਾਰਕੀਟ ਪਲੇਸ ਦੇ ਵਿੱਚ ਜਿੱਥੇ ਇਕੱਠੇ ਹੋਏ ਸੀ ਉਹ ਨੱਚ ਰਹੇ ਸੀ। until the sound of the violin had died in the distance। ਜਦ ਤੱਕ ਥੋੜੀ ਦੂਰ ਚਲਾ ਗਿਆ ਸੀ ਮੁੰਡਾ ਤੇ ਆਵਾਜ਼ ਆਣੀ ਬੰਦ ਹੋ ਗਈ ਸੀ ਆਪਣੇ ਆਪ। then they fell on the ground। ਤੇ ਫਿਰ ਥੱਕ ਹਾਰ ਕੇ ਸਾਰੇ ਜ਼ਮੀਨ ਤੇ ਡਿੱਗ ਗਏ because they were all very tired। ਕਿਉਂਕਿ ਸਾਰੇ ਥੱਕੇ ਗਏ ਸੀ ਜਾਂ ਥੱਕੇ ਹੋਏ ਸੀ ਡਾਂਸ ਕਰ ਕਰਕੇ। but the boy went on to find his fortune with his violin under his arm
ਪਰ ਉਹ ਜਿਹੜਾ ਮੁੰਡਾ ਸੀ ਉਹ ਆਪਣੀ ਕਿਸਮਤ ਅਜ਼ਮਾਉਣ ਲਈ ਲੱਭਣ ਲਈ ਵਾਇਲਿਨ ਨੂੰ ਆਪਣੀ ਬਾਂਹ ਥੱਲੇ ਲੈ ਕੇ ਹਿਸ ਗਨ ਔਨ ਹਿਸ ਬੈਕ ਤੇ ਪਿੱਛੇ ਬੰਦੂਕ ਰੱਖ ਕੇ ਐਂਡ 1000 ਪੀਸਿਸ ਆਫ ਸਿਲਵਰ ਇਨ ਹਿਸ ਪੋਕਟ ਲੈ ਕੇ ਆਪਣੀ ਕਿਸਮਤ ਜਿਹੜੀ ਹੈ ਉਹ ਲੱਭ ਰਿਹਾ ਸੀ, ਯਾਨੀ ਕਿ ਅੱਗੇ ਨੂੰ ਵੱਧ ਰਿਹਾ ਸੀ। ਫੋਰਚੂਨ ਆਪਾਂ ਕਹਿ ਸਕਦੇ ਹਾਂ ਲੱਕ ਜਾਂ ਫਿਰ ਕਿਸਮਤ। ਠੀਕ ਹੈ ਬੇਟਾ, ਇਹ ਸੀ ਚੈਪਟਰ। ਤੇ ਇੱਕ ਵਾਰ ਮੈਂ ਤੁਹਾਨੂੰ ਇਹ ਸਾਰੇ ਡਿਫਿਕਲਟ ਵਰਡ ਮੀਨਿੰਗ ਵੀ ਦੱਸ ਦਿੰਦੀ ਹਾਂ ਵੀ ਇਹਨਾਂ ਦਾ ਕੀ ਮਤਲਬ ਹੈਗਾ ਗਲੋਸਰੀ, ਜਿਹੜੀ ਆਪਾਂ ਸਮਝ ਲਈਏ। ਸਭ ਤੋਂ ਪਹਿਲਾਂ ਫੋਰਚੂਨ ਦਾ ਮਤਲਬ ਹੁੰਦਾ ਹੈ ਲੱਕ, ਕਿਸਮਤ। ਟਰਬਲਸ, ਮੁਸ਼ਕਲਾਂ ਜਾਂ ਦੁੱਖ ਜਾਂ ਸਫਰਿੰਗ, ਰੁਕਾਵਟਾਂ। ਮੀਨ ਦਾ ਮਤਲਬ ਹੁੰਦਾ ਹੈ ਮਤਲਬੀ ਜਾਂ ਅਨਕਾਈਂਡ। ਮਾਈਜ਼ਰ, ਕੰਜੂਸ, ਅ ਪਰਸਨ ਹੂ ਡਜ਼ ਨਾਟ ਲਾਈਕ ਟੂ ਸਪੈਂਡ ਮਨੀ, ਜਿਸ ਵਿਅਕਤੀ ਨੂੰ ਪੈਸਾ ਖਰਚਣਾ ਪਸੰਦ ਨਾ ਹੋਏ। ਵੇਜਸ ਦਾ ਮਤਲਬ ਹੁੰਦਾ ਹੈ ਮਜ਼ਦੂਰੀ। ਮਨੀ ਅਰਨਡ ਬਾਈ ਵਰਕਿੰਗ ਫॉर ਸਮਵਨ, ਜੋ ਪੈਸਾ ਕਮਾਉਂਦੇ ਆ ਆਪਾਂ ਕਿਸੇ ਲਈ ਕੰਮ ਕਰਕੇ। ਸ਼ੈਬੀ ਮਤਲਬ ਗੰਦੀ ਜਿਹੀ, ਇਨ ਅ ਬੈਡ ਸ਼ੇਪ, ਜ਼ਿਆਦਾ ਵਧੀਆ ਨਾ ਹੋਏ ਜੋ ਚੀਜ਼। ਸਪੇਅਰ ਦਾ ਮਤਲਬ ਗਿਵ ਕਰਨਾ, ਮਤਲਬ ਮੈਨੂੰ ਛੱਡ ਦਿੱਤਾ ਜਾਵੇ। ਸਪੇਅਰ ਦਾ ਮਤਲਬ ਇਹ ਵੀ ਹੁੰਦਾ ਹੈ ਵਾਧੂ ਕੋਈ ਚੀਜ਼। ਸਪੇਅਰ ਦਾ ਮਤਲਬ ਛੱਡ ਦੇਣਾ ਕਿਸੇ ਨੂੰ, ਬਖਸ਼ ਦੇਣਾ, ਉਹ ਵੀ ਹੁੰਦਾ ਹੈ। ਅਪੀਅਰਡ ਦਾ ਮਤਲਬ ਹੁੰਦਾ ਪ੍ਰਗਟ ਹੋਣਾ। ਕਮ ਇਨ ਟੂ ਸਾਈਟ ਮਤਲਬ ਨਜ਼ਰ ਦੇ ਵਿੱਚ ਆਣਾ, ਸੀਨ ਸਡਨਲੀ, ਇੱਕਦਮ। ਕਲੋਕ, ਅ ਕੋਟ ਵਿਦਆਊਟ ਸਲੀਵਸ, ਮੈਂ ਦੱਸਿਆ ਸੀ ਲੰਬਾ ਜਿਹਾ ਕੋਟ ਪਾਇਆ ਸੀ ਐਂਜਲ ਨੇ ਜਿਹਦੀ ਬਾਹਾਂ ਨਹੀਂ ਸੀ। ਡਿਜ਼ਰਵ ਦਾ ਮਤਲਬ ਹੱਕਦਾਰ, ਰਾਈਟ ਟੂ ਹੈਵ। ਰੈਗਸ ਆਪਾਂ ਕਹਿ ਸਕਦੇ ਹਾਂ ਚੀਥੜੇ ਜਿਹਨੂੰ ਆਪਾਂ ਕਹਿੰਦੇ ਹਾਂ, ਫਟੇ ਹੋਏ ਕੱਪੜੇ, ਟੌਰਨ ਕਲੋਥਸ। ਸਰਟਨਲੀ ਦਾ ਮਤਲਬ ਹੁੰਦਾ ਹੈ ਯਕੀਨਨ, ਸ਼ੋਰ, ਵਿਦਆਊਟ ਡਾਊਟ, ਮਤਲਬ ਕੋਈ ਡਾਊਟ ਹੀ ਨਹੀਂ ਹੈ। ਸੈਂਟੈਂਸਡ, ਗੇਵ ਜਜਮੈਂਟ, ਸੈਂਟੈਂਸ ਦਾ ਮਤਲਬ ਸਜ਼ਾ ਸੁਣਾਉਣਾ। ਅਲਾਰਮ ਦਾ ਮਤਲਬ ਹੁੰਦਾ ਹੈ ਹੈਰਾਨ ਹੋ ਜਾਣਾ ਜਾਂ ਡਰ ਜਾਣਾ। ਫੈਚ ਕਰਨ ਦਾ ਮਤਲਬ ਪ੍ਰਾਪਤ ਕਰਨਾ, ਹਾਸਲ ਕਰਨਾ। ਗੋ ਐਂਡ ਬ੍ਰਿੰਗ, ਯਾਨੀ ਕਿ ਜਾ ਕੇ ਲੈ ਕੇ ਆਣਾ। ਤੇ ਇਹ ਸੀ ਬੇਟਾ ਅੱਜ ਦਾ ਚੈਪਟਰ। ਹੁਣ ਆਪਾਂ ਕੁਐਸਚਨ ਆਨਸਰਸ ਡਿਸਕਸ ਕਰਾਂਗੇ, ਉਹਦੇ ਲਈ ਮੈਂ ਵੱਖਰੀ ਵੀਡੀਓ ਬਣਾਵਾਂਗੀ। ਪਰ ਜੇ ਇਹ ਚੈਪਟਰ ਵਧੀਆ ਲੱਗਿਆ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਬਾਏ ਬਾਏ।